हाँ जी, पशु पालक वीरो साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਿਛਲੇ ਵਾਰੀ ਆਪਾਂ ਜਿਹੜਾ ਵਿਸ਼ਾ ਚੱਲ ਰਿਹਾ ਆਪਣਾ 3 ਲੈਕਚਰ ਪਿਛਲੇ ਵਾਰੀ ਹੋ ਗਏ ਜਿਹੜੇ ਉਹ ਹੈਗਾ ਮੌਜੂਦਾ ਡੇਅਰੀ ਸਥਿਤੀ ਅਤੇ ਡੇਅਰੀ ਫਾਰਮਿੰਗ ਦੀ ਪ੍ਰੋਫਿਟੇਬਿਲਟੀ, ਮਤਲਬ ਕਿ ਮੌਜੂਦਾ ਸਥਿਤੀਆਂ ਦੇ ਵਿੱਚ ਡੇਅਰੀ ਫਾਰਮਿੰਗ ਨੂੰ ਅਸੀਂ ਲਾਹੇਵੰਦ ਕਿੱਦਾਂ ਬਣਾਉਣਾ। ਔਰ ਜਿਹੜੇ ਪਿਛਲੇ 3 ਲੈਕਚਰ ਹੋਏ ਇਹਦੇ 'ਚ ਲੋਕਾਂ ਦਾ, ਸਾਡੇ ਪਸ਼ੂ ਪਾਲਕਾਂ ਦਾ ਸੋਸ਼ਲ ਮੀਡੀਆ ਰਾਹੀਂ, ਵਟਸਐਪ ਰਾਹੀਂ ਮੈਨੂੰ ਬੜਾ ਮਿਲਿਆ ਜੁਲਿਆ ਰਿਸਪੌਂਸ ਮਿਲਿਆ। ਔਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਸਾਡੇ ਜਿਹੜੇ 3 ਨਵੇਂ ਖੇਤੀ ਕਾਨੂੰਨ ਆਏ ਹੈ ਨਾ, 3 ਆਰਡੀਨੈਂਸ ਆਏ ਜਿਹੜੇ ਬਾਅਦ 'ਚ ਰੂਲ ਬਣ ਗਏ। ਉਸ ਤੋਂ ਪਹਿਲਾਂ ਸਾਡੇ ਵਿੱਚ ਹੀ ਨਾਲ ਹੀ NDRI ਦੀਆਂ ਗਾਈਡਲਾਈਨਸ ਆਈਆਂ ਸਮੈਟਿਕ ਸੈੱਲ ਬਾਰੇ। ਔਰ ਉਸ ਤੋਂ ਬਾਅਦ ਹੁਣ 1 ਨਵੰਬਰ ਤੋਂ ਜਿਹੜੀਆਂ ਹੈਗੀਆਂ ਫੀਡ ਫੈਕਟਰੀਆਂ ਬਾਰੇ, ਫੀਡ ਬਾਰੇ ਅਤੇ ਛੋਟੇ ਦੁਕਾਨਦਾਰਾਂ ਬਾਰੇ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ, ਫੂਡ ਸਟੈਂਡਰਡਸ ਐਂਡ ਸੇਫਟੀ ਅਥਾਰਟੀ ਆਫ ਇੰਡੀਆ ਦੀਆਂ। ਇਹ ਸਾਰੀਆਂ ਚੀਜ਼ਾਂ ਦਾ ਮਤਲਬ ਕੀ ਹੈ? ਜਿਹੜੀ ਮੈਂ ਗੱਲ ਤੁਹਾਨੂੰ ਪਿੱਛੇ ਦੱਸੀ ਸੀ ਉਹ ਇਹ ਸੀਗੀ ਵੀ ਫੂਡ ਬਾਰੇ ਜਾਂ ਭੋਜਨ ਬਾਰੇ ਸਰਕਾਰਾਂ ਦੀ ਜਿਹੜੀ ਸੀਰੀਅਸਨੈਸ ਹੈ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਅਸੀਂ ਇਹਨੂੰ ਮੰਨੀਏ ਜਾਂ ਨਾ ਮੰਨੀਏ, ਪਰ ਇਹ ਬੜੀ ਤੇਜ਼ੀ ਨਾਲ ਬਦਲਾਅ ਹੋ ਰਹੇ ਹੈ। ਔਰ ਇਸ ਵੇਲੇ ਜਿਹੜਾ ਫਾਰਮਿੰਗ ਹੈ ਸਾਡੀ ਉਹ ਵੀ ਬਦਲਾਅ ਦੀ ਸਥਿਤੀ ਦੇ ਵਿੱਚ ਹੈ। ਔਰ ਜੇ ਅਸੀਂ ਆਪਣੇ ਡੇਅਰੀ ਫਾਰਮਿੰਗ ਦੇ ਤੌਰ ਤਰੀਕੇ ਨਾ ਬਦਲੇ ਤਾਂ ਆਉਣ ਵਾਲਾ ਸਮਾਂ ਸਾਡੇ ਵਾਸਤੇ ਜਿਹੜਾ 6 ਮਹੀਨੇ ਦਾ ਸਮਾਂ ਹੀ ਆ ਰਿਹਾ ਹੈ ਉਹ ਕੋਈ ਬਹੁਤਾ ਵਧੀਆ ਨਹੀਂ ਹੋਣਾ ਹੈਗਾ, ਭਾਵੇਂ ਸਾਡੇ ਕੋਲ ਦੁੱਧ ਦੀ ਪੈਦਾਵਾਰ ਜਿੰਨੀ ਮਰਜ਼ੀ ਹੋਵੇ। ਅੱਜ ਦਾ ਜਿਹੜਾ ਵਿਸ਼ਾ ਆਪਣਾ ਉਹ ਮੇਨ ਇਹੀ ਹੈ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ। ਸਿਰਫ ਮੂਕ ਦਰਸ਼ਕ ਬੈਠ ਕੇ ਬਣ ਕੇ ਤਮਾਸ਼ਾ ਦੇਖਣ ਨਾਲ ਹੁਣ ਕੰਮ ਨਹੀਂ ਚੱਲਣਾ ਹੈਗਾ। ਜੇ ਅਸੀਂ ਸਿਰਫ ਪੈਦਾਵਾਰ 'ਤੇ ਹੀ ਧਿਆਨ ਦੇ ਰਹੇ ਹਾਂ ਤਾਂ ਉਹਦੇ ਨਾਲ ਵੀ ਕੰਮ ਨਹੀਂ ਚੱਲਣਾ ਹੈਗਾ, ਕਿਉਂਕਿ ਜਿੰਨੀਆਂ ਵੀ ਮੈਂ ਦੇਖੀ ਹੈ ਕੰਪਨੀਆਂ ਕੰਮ ਕਰ ਰਹੀਆਂ, ਭਾਵੇਂ ਦਵਾਈਆਂ ਵਾਲੇ ਸੈਗਮੈਂਟ ਦੇ ਵਿੱਚ ਹੋ ਗਈਆਂ ਜਾਂ ਫੀਡ ਵਾਲੇ ਸੈਗਮੈਂਟ 'ਚ ਹੋ ਗਈਆਂ, ਉਹਨਾਂ 'ਚੋਂ ਲਗਭਗ ਬਹੁਤੀਆਂ ਕੰਪਨੀਆਂ ਦਾ ਜਿਹੜਾ ਧਿਆਨ ਹੈ ਉਹ ਦੁੱਧ ਦੀ ਪੈਦਾਵਾਰ 'ਤੇ ਹੀ ਹੈ। ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੁੰਦਾ ਹੈ, ਜਿਹੜਾ ਹੁਣ ਚੱਲ ਰਿਹਾ ਸਮਾਂ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਦਾ, ਜਿਹਨੂੰ ਅਸੀਂ ਫਲੱਸ਼ ਸੀਜ਼ਨ ਵੀ ਕਹਿ ਦਿੰਦੇ ਹਾਂ, ਇਹਦੇ ਵਿੱਚ ਦੁੱਧ ਦੀ ਬਹੁਤਾਤ ਹੁੰਦੀ ਹੈ। ਔਰ ਸਾਡੇ ਕੋਲ ਪਾਊਡਰ ਦੀ ਵੀ ਬਹੁਤਾਤ ਹੈ, ਜਿਵੇਂ ਸੁੱਕੇ ਦੁੱਧ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਪਰ ਜਿਹੜਾ ਆਪਣਾ ਵਿਸ਼ਾ ਇਹੀ ਹੈ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਨਜ਼ਰੀਏ ਨਾਲ ਆਪਣਾ ਜਿਹੜਾ ਡੇਅਰੀ ਫਾਰਮ ਹੈ ਉਹਨੂੰ ਦੇਖਣਾ ਚਾਹੀਦਾ ਹੈਗਾ। ਅੱਜ ਦਾ ਜਿਹੜਾ ਲੈਕਚਰ ਹੈ ਇਹ ਜ਼ਿਆਦਾਤਰ ਸਾਡਾ ਉਹਨਾਂ ਪਸ਼ੂ ਪਾਲਕਾਂ ਵਾਸਤੇ ਹੋਊਗਾ ਜਿਨ੍ਹਾਂ ਕੋਲ ਦੁੱਧ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੈ, ਮਤਲਬ ਕਿ 200, 300, 500, 1000 ਲੀਟਰ ਦੁੱਧ ਦੀ ਮਾਤਰਾ ਜਿਨ੍ਹਾਂ ਕੋਲ। ਸੋ ਕੀ ਕੁਝ ਹੋ ਸਕਦਾ? ਦੇਖੋ, ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਕੀ ਕੁਝ ਹੋ ਸਕਦਾ। ਅਸੀਂ ਸਿਰਫ, ਜਿਵੇਂ ਮੈਂ ਗੱਲ ਸ਼ੁਰੂ ਕੀਤੀ ਹੈ ਵੀ ਅਸੀਂ ਸਿਰਫ ਅੱਜ ਵੀ ਸਾਡੇ ਬਹੁਤੇ ਜਿਹੜੇ ਪਸ਼ੂ ਪਾਲਕ ਹੈ ਉਹ ਪੈਦਾਵਾਰ 'ਤੇ ਅਟਕੇ ਹੋਏ ਹੈ। ਸਾਨੂੰ ਇਹ ਗੱਲ ਮਹਿਸੂਸ ਨਹੀਂ ਹੁੰਦੀ ਵੀ ਮਾਰਕੀਟਿੰਗ ਕਿੰਨੀ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਲਾਈਏ ਤਾਂ ਅੱਜ 4 ਫੈਟ ਦਾ ਦੁੱਧ ਹੈ ਜਿਹੜਾ ਜਿੰਨੇ ਵੀ ਅਸੀਂ ਸਹਿਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਨੂੰ ਦੇ ਰਹੇ ਹਾਂ ਉਹਦਾ ਤਕਰੀਬਨ 32 ਰੁਪਏ ਰੇਟ ਲੱਗ ਰਿਹਾ ਜੇ ਸਾਡੀ 4 ਫੈਟ ਹੈ, ਅਤੇ 8.2, 8.3 ਜਾਂ 8.5 ਤੱਕ ਸਾਡੀ SNF ਆਉਂਦੀ ਹੈ। ਜਿਵੇਂ ਮੈਂ ਗੱਲ ਕੀਤੀ ਹੈ ਵੀ ਜਿਹੜੇ ਪਿੱਛੇ ਬਦਲਾਅ ਹੋਏ ਹੈ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਨੇੜੇ ਤੋਂ ਦੇਖਣ ਦੀ ਲੋੜ ਹੈ। ਜਿਵੇਂ ਕਿ NDRI ਦਾ ਹੋ ਗਿਆ, ਜਿਹੜੀਆਂ ਗਾਈਡਲਾਈਨ ਹੋ ਗਈਆਂ, ਜਾਂ FSSAI ਦੀਆਂ ਹੋ ਗਈਆਂ। ਹੁਣ ਦੇਖੋ ਕੀ ਹੋ ਰਿਹਾ। ਜੇ ਅਸੀਂ ਗੱਲ ਕਰੀਏ, ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਪਿਛਲੇ 2 ਹਫ਼ਤੇ ਪਹਿਲਾਂ, ਉਹ ਸੀਗਾ ਦੁੱਧ ਦੀ ਮਾਰਕੀਟਿੰਗ ਬਾਰੇ ਜਾਂ ਦੁੱਧ ਦੇ ਮੰਡੀਕਰਨ ਬਾਰੇ। ਦੇਖੋ, ਦੁੱਧ ਦੇ ਮੰਡੀਕਰਨ ਬਾਰੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿੰਨੀ ਜਲਦੀ ਹੋ ਸਕਦਾ ਹੈ ਹੁਣ ਸਾਨੂੰ ਜਿਹੜੀਆਂ ਹੈਗੀਆਂ ਦੁੱਧ ਦੀ ਜਿਹੜੀ ਪਾਊਚ ਪੈਕਿੰਗ ਹੈ, ਜਿਹੜਾ ਪੈਕਟਾਂ ਵਾਲਾ ਦੁੱਧ ਹੈ ਉਹ ਬਣਾਉਣ ਵੱਲ, ਆਪਣਾ ਦੁੱਧ ਉਸ ਪਾਸੇ ਲਿਜਾਣ ਵੱਲ ਤੁਰਨਾ ਪਏਗਾ। ਦੇਖੋ, ਮੈਂ ਪਿਛਲੇ ਵਾਰ ਵੀ ਇਹ ਗੱਲ ਕੀਤੀ ਸੀ ਵੀ ਡੇਅਰੀ ਫਾਰਮਿੰਗ ਕਦੇ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ। ਪੈਦਾਵਾਰ ਦੇਖਣ ਵਾਲਾ ਬੰਦਾ ਮਾਰਕੀਟਿੰਗ ਹਮੇਸ਼ਾ ਦੇਖਣ ਵਾਲੇ ਬੰਦੇ ਤੋਂ ਵੱਖਰਾ ਹੀ ਹੋਣਾ ਚਾਹੀਦਾ।
ਇੱਕੋ ਬੰਦਾ ਕਦੇ ਵੀ ਦੋ ਕੰਮ ਨਹੀਂ ਕਰ ਸਕਦਾ। ਔਰ ਇਹੀ ਸਭ ਤੋਂ ਵੱਡਾ ਗੱਲ ਹੁੰਦੀ ਹੈ ਜਿਹੜੀ ਸਾਡੇ ਜਿਹੜੇ ਪਸ਼ੂ ਪਾਲਕ ਕਹਿੰਦੇ ਹੈ ਵੀ ਅਸੀਂ ਜੇ ਦੁੱਧ ਦੀ ਮਾਰਕੀਟਿੰਗ ਦੇਖਣ ਜਾਂਦੇ ਹਾਂ ਤਾਂ ਸਾਡਾ ਪੈਦਾਵਾਰ ਦਾ ਕੰਮ ਠੱਪ ਹੋ ਜਾਂਦਾ ਹੈਗਾ। ਦੇਖੋ, ਸਮੇਂ ਦੇ ਬਦਲਾਅ ਦੇ ਮੁਤਾਬਕ ਸਾਨੂੰ ਮਾਰਕੀਟਿੰਗ ਵਾਸਤੇ ਹੁਣ ਬਹੁਤ ਹੀ ਸੀਰੀਅਸਲੀ ਸੋਚਣਾ ਪਊਗਾ। ਜੇ ਅਸੀਂ ਨਾ ਸੋਚਿਆ ਤਾਂ ਵੱਡੇ ਪਸ਼ੂ ਪਾਲਕਾਂ ਦਾ ਵੀ ਇਸ ਧੰਦੇ 'ਚ ਰਹਿਣਾ ਹੁਣ ਔਖਾ ਹੋ ਜਾਣਾ ਹੈ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇੱਦਾਂ ਦਾ ਹੋਊਗਾ ਵੀ 2 ਸਾਲਾਂ ਦੇ ਵਿੱਚ ਇਹ ਤੁਹਾਨੂੰ ਮੈਂ 100% ਵਿਸ਼ਵਾਸ ਦੇ ਕੇ ਗੱਲ ਕਹਿਣਾ। ਪਹਿਲੀ ਗੱਲ ਤਾਂ ਇਹ ਹੈ ਵੀ 2 ਸਾਲਾਂ ਦੇ ਵਿੱਚ ਕੀ ਹੋਊਗਾ ਵੀ ਚੰਗੇ ਜਿਹੜੇ ਭੋਜਨ ਦੀ ਵਧੀਆ ਦੁੱਧ ਤੋਂ ਬਣੇ ਪਦਾਰਥਾਂ ਦੀ ਜਿਹੜੀ ਮੰਗ ਹੈ ਬੜੀ ਤੇਜ਼ੀ ਨਾਲ ਵਧੂਗੀ ਔਰ ਰੇਟ ਵੀ ਬਹੁਤ ਵਧੀਆ ਹੋਣਗੇ। ਔਰ ਇਹ ਦੁੱਧ ਤੋਂ ਇਲਾਵਾ ਜਿਹੜੀਆਂ ਬਾਕੀ ਕੈਟੇਗਰੀਆਂ ਹੈਗੀਆਂ ਸਾਡੀਆਂ ਉਹ 'ਤੇ ਵੀ ਇਹ ਨਿਯਮ ਜਿਹੜਾ ਹੁਣ ਲਾਗੂ ਹੋਊਗਾ। ਜਿਹੜੇ ਅੱਜ ਬਦਲਾਅ ਹੋ ਰਹੇ ਹੈ, ਮੈਂ ਦੇਖਿਆ ਬਹੁਤ ਸਾਰੇ ਸਾਡੇ ਪਸ਼ੂ ਪਾਲਕ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਗੱਲ ਤੋਂ ਇਹਨਾਂ ਦਾ ਵਿਰੋਧ ਕਰ ਰਹੇ ਹੈ। ਜਿਹੜੀਆਂ ਦੁੱਧ ਬਾਰੇ ਜਾਂ ਫੀਡ ਬਾਰੇ ਜਾਂ ਛੋਟੇ ਦੁਕਾਨਦਾਰਾਂ ਬਾਰੇ ਗਾਈਡਲਾਈਨ ਆ ਰਹੀਆਂ, ਦੇਖੋ ਸਰਕਾਰਾਂ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝਦੀਆਂ ਵੀ ਜਿੰਨੀਆਂ ਬਿਮਾਰੀਆਂ ਆਪਣੇ ਤੇਜ਼ੀ ਨਾਲ ਵੱਧ ਗਈਆਂ ਦੇਸ਼ ਦੇ ਵਿੱਚ, ਜਿਵੇਂ ਹੁਣ ਅਸੀਂ ਦੇਖਿਆ ਵੀ ਸ਼ੂਗਰ ਜਾਂ ਡਾਇਬਟੀਜ਼ ਜਿਹੜਾ ਹੈਗਾ ਭਾਰਤ ਦੁਨੀਆ ਵਿੱਚ ਸਭ ਤੋਂ ਅੱਗੇ ਲੰਘ ਗਿਆ, ਉਹਦਾ ਮੇਨ ਕਾਰਨ ਸਾਡਾ ਮਾੜਾ ਭੋਜਨ ਹੀ ਹੈ। ਔਰ ਅਸੀਂ ਹਰ ਜਗ੍ਹਾ 'ਤੇ ਮਿਲਾਵਟਖੋਰੀ ਨੂੰ ਨਹੀਂ ਅਸੀਂ ਹਰ ਗੱਲ ਦਾ ਉਹ ਬਣਾ ਸਕਦੇ ਵੀ ਮਿਲਾਵਟਖੋਰੀ ਬਹੁਤ ਵੱਡਾ ਕਾਰਨ ਹੈ। ਜੇ ਅਸੀਂ ਸਹੀ ਮਾਇਨੇ 'ਚ ਦੇਖੀਏ, ਜਿਹੜਾ ਸਾਡੇ ਦੇਸ਼ ਦੇ ਵਿੱਚ ਅਨਾਜ ਅਤੇ ਦੁੱਧ ਪੈਦਾ ਹੋ ਰਿਹਾ ਹੈ, ਜੇ ਅਸੀਂ ਸਹੀ ਤਰੀਕੇ ਨਾਲ ਪੈਦਾ ਹੋ ਰਹੇ ਅਨਾਜ ਅਤੇ ਦੁੱਧ ਦੀ ਗੱਲ ਵੀ ਕਰੀਏ ਤਾਂ ਤੁਹਾਡੇ ਸਾਹਮਣੇ ਹੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਖੇਤੀ ਕੈਮੀਕਲ ਨੇ ਇਨਸੈਕਟੀਸਾਈਡ ਅਤੇ ਪੈਸਟੀਸਾਈਡ ਦੇ ਵਿੱਚ ਵੀ ਸਭ ਤੋਂ ਅੱਗੇ ਲੰਘ ਚੁੱਕੇ ਹੈ। ਮਤਲਬ ਕਿ ਜੇ ਅਸੀਂ ਲਾਈਏ ਵੀ ਸਾਡੀ 2-2.5% ਜਿਹੜੀ 3% ਦੇ ਨੇੜੇ ਸਾਡੀ 2.5-3% ਜਿਹੜੀ ਖੇਤੀ ਵਾਲੀ ਵਾਹੀਯੋਗ ਜ਼ਮੀਨ ਹੈ ਟੋਟਲ ਜ਼ਮੀਨ ਦਾ, ਉਹਦੇ ਮੁਕਾਬਲੇ ਜਿਹੜਾ ਇਨਸੈਕਟੀਸਾਈਡ ਅਤੇ ਪੈਸਟੀਸਾਈਡ ਦਾ ਸ਼ੇਅਰ ਹੈ ਉਹ ਬਹੁਤ ਜ਼ਿਆਦਾ ਹੈ। ਉਹਦੇ ਮੁਕਾਬਲੇ ਸਾਡਾ ਕਈ ਗੁਣਾ ਜ਼ਿਆਦਾ ਹੈ। ਔਰ ਜਿਹੜੇ ਸਾਡੇ ਇਹ ਇਨਸੈਕਟੀਸਾਈਡ ਅਤੇ ਪੈਸਟੀਸਾਈਡ ਵਰਤੇ ਜਾਂਦੇ ਹੈ ਉਹ ਹਰੇ ਚਾਰੇ ਰਾਹੀਂ ਉਹਨਾਂ ਦਾ ਅਸਰ ਦੁੱਧ 'ਤੇ ਵੀ ਆਉਂਦਾ ਹੀ ਆਉਂਦਾ। ਸੋ ਬੜੀ ਸਪਸ਼ਟ ਗੱਲ ਹੈ ਵੀ ਦੁੱਧ ਦੀ ਕੁਆਲਿਟੀ ਬਾਰੇ ਸਾਨੂੰ ਹੁਣ ਜਾਗਰੂਕ ਹੋਣ ਦੀ ਲੋੜ ਹੈ। ਇਹ 'ਚ ਹਮੇਸ਼ਾ ਮੈਂ 3 ਚੀਜ਼ਾਂ ਦੀ ਗੱਲ ਕਰਦਾ ਹੁੰਦਾ ਵੀ ਇੱਕ ਮਿਲਾਵਟਖੋਰੀ, ਇੱਕ ਐਫਲਾਟੌਕਸਿਨ ਅਤੇ ਇੱਕ ਐਂਟੀਬਾਇਓਟਿਕਸ। ਮਿਲਾਵਟਖੋਰੀ ਦੇਖੋ ਤਿਉਹਾਰਾਂ ਦੇ ਸੀਜ਼ਨ 'ਚ ਸਰਕਾਰਾਂ ਵੱਲੋਂ ਬਹੁਤ ਛਾਪੇ ਵੀ ਪੈ ਰਹੇ ਹੈ, ਸਾਨੂੰ ਵੀ ਉਹ 'ਚ ਆਪਣਾ ਰੋਲ ਬੜੀ ਚੰਗੀ ਤਰ੍ਹਾਂ ਨਿਭਾਉਣ ਦੀ ਲੋੜ ਹੈ। ਪਰ ਜਿਹੜਾ ਐਂਟੀਬਾਇਓਟਿਕ ਅਤੇ ਐਫਲਾਟੌਕਸਿਨ ਹੈ ਇਹਦੇ ਬਾਰੇ ਆਪਾਂ ਜਿਹੜੀ ਗੱਲ ਪਹਿਲਾਂ ਵੀ ਕੀਤੀ ਹੈ, ਇਹਦੇ ਬਾਰੇ ਸਾਨੂੰ ਹੁਣ ਸਰਦੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕ ਹੋਣਾ ਪਊਗਾ, ਕਿਉਂਕਿ ਜਿਵੇਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਮੈਸਟਾਈਟਸ ਦੇ ਅਤੇ ਰਿਪੀਟ ਬਰੀਡਿੰਗ ਦੇ ਕੇਸ ਬੜੀ ਤੇਜ਼ੀ ਨਾਲ ਵੱਧ ਜਾਂਦੇ ਹੈ। ਔਰ ਆਉਣ ਵਾਲੇ ਸਮੇਂ 'ਚ ਦੁੱਧ ਦੀ ਪੈਦਾਵਾਰ ਨੂੰ ਸਾਨੂੰ ਸਹੀ ਰੱਖਣ ਵਾਸਤੇ ਜਿਹੜੀ ਹੈਗੀ ਸਬ ਕਲੀਨਿਕਲ ਮੈਸਟਾਈਟਸ ਵੀ ਜਿਹੜੇ ਸਾਡੇ ਪਸ਼ੂ ਪਾਲਕ ਨੇ ਜਦੋਂ ਅੱਖਾਂ ਮੀਚ ਕੇ ਐਂਟੀਬਾਇਓਟਿਕ ਦੀ ਵਰਤੋਂ ਕਰਦੇ ਹੈ ਤਾਂ ਉਹ ਬੜੀ ਖਤਰਨਾਕ ਹੋ ਜਾਂਦੀ ਹੈ। ਔਰ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਵੀ 2022 ਦੇ ਵਿੱਚ ਕੀ ਹੋਣਾ। ਦੇਖੋ ਅਗਲੇ 2 ਸਾਲਾਂ ਦੇ ਵਿੱਚ ਦੁੱਧ ਬਾਰੇ ਅਤੇ ਦੁੱਧ ਦੇ ਪ੍ਰੋਡਕਟਾਂ ਬਾਰੇ ਸਰਕਾਰ ਦਾ ਕੰਟਰੋਲ ਬਹੁਤ ਜ਼ਿਆਦਾ ਵੱਧ ਜਾਣਾ। ਜਿਵੇਂ ਕਿ ਦੇਖੋ ਜੇ ਅਸੀਂ ਗੱਲ ਕਰੀਏ ਅੱਜ, ਜੇ ਅਸੀਂ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਸਿਰਫ ਲਿਕੁਇਡ ਮਿਲਕ ਹੈ ਜਿਹੜਾ ਦੁੱਧ ਐਸ ਸੱਚ ਪੈਕ ਹੋ ਕੇ ਵਿਕਦਾ ਹੈ, ਉਹ 'ਚ ਦੇਖਿਆ ਜਾਵੇ ਤਾਂ 4 ਮੇਜਰ ਵਰਾਇਟੀਆਂ ਨੇ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਹੁੰਦਾ ਸਾਡਾ ਗੋਲਡ ਹੋ ਗਿਆ ਜਿਹੜਾ 6.5 ਫੈਟ ਅਤੇ 9 SNF ਵਾਲਾ ਹੁੰਦਾ ਹੈ, ਸਟੈਂਡਰਡ ਹੋ ਗਿਆ ਜਿਹੜਾ 4.5 ਅਤੇ 8.5 ਜਾਂ 9 ਫੈਟ ਵਾਲਾ ਹੁੰਦਾ ਹੈ, ਉਦੋਂ ਬਾਅਦ ਟੋਂਡ ਅਤੇ ਡਬਲ ਟੋਂਡ। ਇਹ 4 ਮੇਜਰ ਵਰਾਇਟੀਆਂ 4 ਤਰ੍ਹਾਂ ਦੇ ਪੈਕਟ ਹਰ ਇੱਕ ਨੇ ਪਸ਼ੂ ਪਾਲਕ ਨੇ ਜਾਂ ਚੰਗੇ ਡੇਅਰੀ ਫਾਰਮਰ ਨੇ ਦੇਖੇ ਹੁੰਦੇ ਆ। ਇਸ ਤੋਂ ਇਲਾਵਾ ਮਾਰਕੀਟ 'ਚ ਪਿੱਛੇ ਜੇ ਕੁਝ ਸਾਲ ਪਹਿਲਾਂ ਕਾਓ ਮਿਲਕ ਵੀ ਇਕੱਲਾ ਗਾਵਾਂ ਦਾ ਦੁੱਧ ਵੀ ਆਇਆ। ਇਸ ਤੋਂ ਇਲਾਵਾ ਹੁਣ ਸਾਡਾ ਦੇਖੋ ਇੱਕ UHT ਮਿਲਕ ਵੀ ਆਉਂਦਾ ਜਿਹੜਾ ਅਲਟਰਾ ਹਾਈ ਟੈਂਪਰੇਚਰ ਮਿਲਕ ਕਹਿੰਦੇ ਹੈ, ਜਿਹਦੀ ਕਿ 6 ਮਹੀਨੇ ਜਿਹਦੀ ਲਾਈਫ ਹੁੰਦੀ ਹੈ ਵੀ 6 ਮਹੀਨੇ ਤੱਕ ਉਹ ਦੁੱਧ ਤੁਸੀਂ ਰੱਖ ਸਕਦੇ ਹੋ। ਖੋਲ੍ਹਣ ਤੋਂ ਬਾਅਦ ਵੀ ਉਹਨੂੰ ਫਰਿੱਜ ਦੇ ਵਿੱਚ ਕਈ ਦਿਨਾਂ ਤੱਕ ਰੱਖਿਆ ਜਾ ਸਕਦਾ ਹੈ। ਉਸ ਤੋਂ ਬਾਅਦ ਦੁੱਧ ਦੀਆਂ ਬੋਤਲਾਂ ਆਉਂਦੀਆਂ ਜਿਹੜਾ ਫਲੇਵਰ ਮਿਲਕ ਜਿਹਨੂੰ ਅਸੀਂ ਕਹਿੰਦੇ ਹਾਂ,
ਪਿੱਛੇ ਜੇ ਜਦੋਂ ਮੈਂ ਸਾਰੀ ਮਾਰਕੀਟ ਦੇ ਵਿੱਚ ਇਹ ਦੇਖਿਆ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਕੱਲੇ ਲਿਕੁਇਡ ਮਿਲਕ ਦੇ ਵਿੱਚ ਜਿਹੜਾ ਸਾਡਾ ਇਹ ਦੁੱਧ ਹੈ, ਭਾਵੇਂ ਉਹ ਬੋਤਲਾਂ 'ਚ ਆਉਂਦਾ ਹੈ, ਭਾਵੇਂ ਪਾਊਚ ਦੇ ਵਿੱਚ ਆਉਂਦਾ ਹੈ, ਭਾਵੇਂ ਛੋਟੇ ਜਿਹੜੇ ਪਲਾਸਟਿਕ ਦੇ ਪਾਊਚ ਨੇ ਉਹਨਾਂ ਦੇ ਵਿੱਚ ਆਉਂਦਾ ਹੈ, 200 ਤੋਂ ਵੱਧ ਤਰ੍ਹਾਂ ਦਾ ਦੁੱਧ ਜਿਹੜਾ ਹੈਗਾ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਅਵੇਲੇਬਲ ਹੈ। ਉਹ 'ਚ ਛੋਟੀ ਪੈਕਿੰਗ ਹੈ, ਵੱਡੀ ਪੈਕਿੰਗ ਹੈ, ਜਿਵੇਂ ਮੈਂ ਦੱਸਿਆ ਸਟੈਂਡਰਡ ਹੈ, ਟੋਨਡ ਹੈ, ਡਬਲ ਟੋਨਡ ਹੈ, ਗੋਲਡ ਹੈ, ਜਿਹੜਾ ਹਾਈ ਫੈਟ ਹੈ, ਇਸ ਤਰ੍ਹਾਂ ਦਾ ਦੁੱਧ ਅਵੇਲੇਬਲ ਹੈ। ਇਹਦੇ ਨਾਲ ਹੀ ਜੇ ਅਸੀਂ ਹੁਣ ਦੇਖੀਏ ਤਾਂ ਜਿਹੜੇ ਸਾਡੇ ਮਿਠਾਈਆਂ ਵਾਲਾ ਸੈਗਮੈਂਟ ਹੈ, ਜਿਹੜੀਆਂ ਮਿਠਾਈਆਂ ਜ਼ਿਆਦਾ ਦੁੱਧ ਤੋਂ ਜਾਂ ਦੁੱਧ ਦੇ ਪਾਊਡਰ ਤੋਂ ਬਣਾਈਆਂ ਜਾਂਦੀਆਂ, ਉਹਦੇ ਵਿੱਚ ਵੀ ਹੁਣ ਜਿਹੜੀ ਸਿੰਗਲ ਪੀਸ ਪੈਕਿੰਗ ਹੈ, ਬਹੁਤ ਸਾਰੀਆਂ ਕੰਪਨੀਆਂ ਸਿੰਗਲ ਪੀਸ ਪੈਕਿੰਗ 'ਤੇ ਕੰਮ ਕਰ ਰਹੀਆਂ। ਵੀ ਜਿਵੇਂ ਬਾਜ਼ਾਰ ਦੇ ਵਿੱਚ ਪਹਿਲਾਂ ਮਠਿਆਈ ਸਾਨੂੰ ਮਿਲਦੀ ਹੁੰਦੀ ਸੀ ਨਾ ਕਿਲੋ 2 ਕਿਲੋ ਦੇ ਹਿਸਾਬ ਨਾਲ, ਤਾਂ ਹੁਣ ਜਿਹੜੀ ਸਿੰਗਲ ਪੀਸ ਪੈਕਿੰਗ ਹੈ ਉਹ ਵੀ ਤੁਸੀਂ ਦੇਖੋਗੇ ਇਸ ਵਾਰ ਤਿਉਹਾਰਾਂ ਦੇ ਸੀਜ਼ਨ 'ਤੇ ਬੜੀ ਪਾਪੂਲਰ ਹੋ ਜੂਗੀ। ਵੀ ਤੁਸੀਂ ਮਠਿਆਈ ਨੂੰ ਪੀਸਾਂ ਦੇ ਹਿਸਾਬ ਨਾਲ ਵੀ 5 10 2 4 5 ਪੀਸ ਲੈ ਕੇ ਖਰੀਦ ਸਕਦੇ ਹੋ, ਲੈ ਸਕਦੇ ਹੋ ਬਾਜ਼ਾਰ ਦੇ ਵਿੱਚ। ਇਹ ਬਹੁਤ ਹੀ ਵੱਡਾ ਬਦਲਾਅ ਹੈ ਜਿਹੜਾ ਅਸੀਂ ਸ਼ਾਇਦ ਹਲੇ ਨਹੀਂ ਦੇਖ ਪਾ ਰਹੇ। ਵੱਡੇ ਸ਼ਹਿਰਾਂ 'ਚ ਬਦਲਾਅ ਬਹੁਤ ਤੇਜ਼ੀ ਨਾਲ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਖੋ, ਮੈਂ ਜਿਹੜੀ ਪਿਛਲੇ ਵਾਰ ਵੀ ਗੱਲ ਕੀਤੀ ਸੀ ਉਹ ਇਹ ਹੈ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਹੁਣ ਸਾਨੂੰ ਬਿਨਾਂ ਪੈਕਿੰਗ ਤੋਂ ਸ਼ਾਇਦ ਦੁੱਧ ਜਾਂ ਦੁੱਧ ਦਾ ਕੋਈ ਵੀ ਪ੍ਰੋਡਕਟ ਹੈ ਉਹ ਵੇਚਣਾ ਸੰਭਵ ਨਹੀਂ ਹੋਣਾ ਹੈਗਾ। ਸੋ ਇਸ ਕਰਕੇ ਆਪਾਂ ਅੱਜ ਹੀ ਬੜੀ ਸੀਰੀਅਸਲੀ 3 4 5 ਬੰਦੇ ਇਕੱਠੇ ਹੋ ਕੇ 1000 ਲੀਟਰ 1200 ਲੀਟਰ ਤੱਕ ਜਿਹੜਾ ਦੁੱਧ ਹੈ ਉਹਨੂੰ ਪੈਕ ਕਰਨਾ ਸ਼ੁਰੂ ਕਰੀਏ। ਮੈਂ ਇਸ ਪ੍ਰੋਜੈਕਟ 'ਤੇ ਬੜੀ ਚੰਗੀ ਤਰ੍ਹਾਂ ਕੰਮ ਕਰ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਮੈਂ ਹੋਰ ਵੀ ਤੁਹਾਨੂੰ ਦੱਸੂਗਾ। ਇਹਦੇ ਵਾਸਤੇ ਦੇਖੋ ਜਿਹੜੀ ਪ੍ਰਾਇਮਰੀ ਰਿਕੁਆਇਰਮੈਂਟ ਹੈ ਸਾਡੀ ਉਹ ਹੈਗੀ ਦੁੱਧ ਨੂੰ ਠੰਡਾ ਰੱਖਣਾ, ਕਿਉਂਕਿ ਜਿਹੜੀ ਸਾਡੀ ਦੁੱਧ ਦੀ ਕੁਆਲਿਟੀ ਹੈ, ਦੇਖੋ ਥਣਾ ਦੇ ਵਿੱਚੋਂ ਬਹੁਤ ਵਾਰ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ, ਪਰ ਜਿਹੜਾ ਗੈਪ ਪੈ ਜਾਂਦਾ, ਜੇ ਮੰਨ ਲਓ ਸਵੇਰੇ ਤੁਸੀਂ 6 ਵਜੇ ਦੁੱਧ ਚੋਇਆ, ਮੰਨ ਲਓ 7 ਵਜੇ ਤੱਕ 8 ਵਜੇ ਤੱਕ ਉਹ ਸੁਸਾਇਟੀ 'ਤੇ ਪਹੁੰਚਿਆ, ਔਰ ਅਗਰ ਸੁਸਾਇਟੀ 'ਤੇ ਜਾਂ ਤੁਹਾਡਾ ਜਿਹੜਾ ਕਲੈਕਸ਼ਨ ਸੈਂਟਰ ਹੈ ਉਹ 'ਤੇ ਅਗਰ ਦੁੱਧ ਠੰਡਾ ਕਰਨ ਵਾਲਾ ਯੰਤਰ ਨਹੀਂ ਲੱਗਿਆ ਹੋਇਆ ਤਾਂ 9-10 ਵਜੇ ਤੱਕ ਉਹ ਦੁੱਧ ਚੱਕ ਕੇ ਜਦੋਂ 11 ਵਜੇ ਤੱਕ 12 ਵਜੇ ਤੱਕ ਚਿਲਿੰਗ ਸੈਂਟਰ ਪਹੁੰਚਦਾ ਹੈ, ਤਾਂ ਜਿਹੜਾ ਇਹ 6 ਘੰਟੇ ਦਾ ਗੈਪ ਪੈਂਦਾ ਹੈ ਖਾਸ ਕਰਕੇ ਗਰਮੀਆਂ ਦੇ ਵਿੱਚ, ਉਹ ਸਾਡੇ ਦੁੱਧ ਦੀ ਕੁਆਲਿਟੀ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਔਰ ਇਹੀ ਮੇਨ ਕਾਰਨ ਹੈ ਜਿਹਦੇ ਨਾਲ ਸਾਡਾ ਦੁੱਧ ਦਾ ਸਮੈਟਿਕ ਸੈੱਲ ਕਾਊਂਟ ਬੜੀ ਤੇਜ਼ੀ ਨਾਲ ਵੱਧਦਾ ਹੈ। ਸੋ ਸਭ ਤੋਂ ਜਿਹੜੀ ਪ੍ਰਾਇਮਰੀ ਜ਼ਰੂਰਤ ਹੈ ਸਾਡੀ ਇਸ ਵੇਲੇ ਇਹੀ ਹੈ ਵੀ ਅਸੀਂ ਜਿਹੜੇ ਚੰਗੇ ਪਸ਼ੂ ਪਾਲਕ ਹੈ, ਅਸੀਂ ਹੁਣ ਜਿਹੜਾ ਕੈਨਾਂ ਦੇ ਵਿੱਚ ਦੁੱਧ ਵੇਚ ਰਹੇ ਹਾਂ ਉਹਨੂੰ ਪਹਿਲਾਂ ਠੰਡਾ ਕਰਨ ਦਾ ਪ੍ਰਬੰਧ ਕਰੀਏ। ਜਿੰਨੀ ਜਲਦੀ ਦੁੱਧ ਸਾਡਾ ਠੰਡਾ ਹੋਊਗਾ ਉਨੀ ਜਲਦੀ ਹੀ ਜਿਹੜੀ ਉਹਦੀ ਕੁਆਲਿਟੀ ਹੈ, ਜਿਹੜਾ ਪੈਦਾ ਹੋਇਆ ਉਹ ਇੱਕ ਤਰ੍ਹਾਂ ਨਾਲ ਉਹ 'ਚ ਸਟੈਬਿਲਿਟੀ ਆ ਜੂਗੀ, ਉਹ ਇੱਕ ਜਗ੍ਹਾ 'ਤੇ ਰੁਕ ਜੂਗੀ ਕੁਆਲਿਟੀ। ਜਿਸ ਤਰ੍ਹਾਂ ਦੀ ਵੀ ਕੁਆਲਿਟੀ ਪੈਦਾ ਹੋਈ ਹੈ ਬਹੁਤ ਸਮੇਂ ਤੱਕ ਦੁੱਧ ਜਿਹੜਾ 2 ਡਿਗਰੀ ਤੋਂ 5 ਡਿਗਰੀ 'ਤੇ ਠੰਡਾ ਰਹੂਗਾ ਤਾਂ ਕੁਆਲਿਟੀ ਜਿਹੜੀ ਉਸ ਲੈਵਲ 'ਤੇ ਮੇਨਟੇਨ ਰਹੂਗੀ। ਕਿਉਂਕਿ ਦੇਖੋ ਬਹੁਤ ਸਾਰੇ ਸਾਡੇ ਪਸ਼ੂ ਪਾਲਕ ਜਦੋਂ ਰੇਟ ਦੀ ਸ਼ਿਕਾਇਤ ਕਰਦੇ ਹੈ, ਇਹ ਗੱਲ ਬਿਲਕੁਲ ਸਹੀ ਹੈ, ਸਾਨੂੰ ਦੁੱਧ ਦੇ ਰੇਟ ਸਹੀ ਨਹੀਂ ਮਿਲਦੇ, ਪਰ ਇਹ ਵੀ ਗੱਲ ਉਨੀ ਸਹੀ ਹੈ ਵੀ ਅਸੀਂ ਮੰਡੀਕਰਨ ਵਾਸਤੇ ਵੀ ਲੋੜੀਂਦੇ ਉਪਰਾਲੇ ਨਹੀਂ ਕਰਦੇ। ਅੱਜ ਤੱਕ ਅਸੀਂ ਕਦੇ ਵੀ ਮੈਂ ਦੇਖਿਆ ਬਹੁਤ ਸਾਰੇ ਪਸ਼ੂ ਪਾਲਕਾਂ ਨੇ ਅੱਜ ਵੀ ਜਿਹੜੇ ਹੈਗੇ 95% ਜਿਹੜੇ ਪਸ਼ੂ ਪਾਲਕ ਨੇ ਉੱਥੇ ਦੁੱਧ ਦਾ ਸਿੱਧਾ ਮੰਡੀਕਰਨ ਨਹੀਂ ਹੁੰਦਾ ਹੈਗਾ। ਜੇ ਅਸੀਂ ਸਾਰੇ ਆਰਗੇਨਾਈਜ਼ਡ ਸੈਕਟਰ ਦਾ ਜਿਹੜਾ ਪੈਕ ਕਰਨ ਵਾਲਾ ਸੈਕਟਰ ਹੈ, ਭਾਵੇਂ ਉਹ ਸਹਿਕਾਰੀ ਹੈ ਜਾਂ ਪ੍ਰਾਈਵੇਟ ਹੈ, ਉਹਦਾ ਜਿਹੜਾ ਟੋਟਲ ਸ਼ੇਅਰ ਹੈ ਹਲੇ ਵੀ ਕੁੱਲ ਦੁੱਧ ਦੇ ਸ਼ੇਅਰ ਦਾ ਸਿਰਫ 30% ਹੀ ਹੈ। ਮਤਲਬ ਕਿ 70% ਦੁੱਧ ਹੈ ਜਿਹੜਾ ਸਾਡਾ ਉਹ ਖੁੱਲ੍ਹਾ ਦੁੱਧ ਜਾਂ ਲੂਜ਼ ਮਿਲਕ ਹੀ ਵਿਕ ਰਿਹਾ। ਔਰ ਜਿਹੜੇ ਪਸ਼ੂ ਪਾਲਕ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਉਹਨਾਂ ਵਾਸਤੇ ਭਵਿੱਖ ਬਹੁਤ ਵਧੀਆ ਹੋਏਗਾ। ਔਰ ਜੇ ਅਸੀਂ ਇਹ ਗੱਲ ਨਾ ਸਮਝੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਵੀ ਇਹ ਧੰਦੇ ਦੇ ਵਿੱਚੋਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨਿਰਾਸ਼ਾ ਦੇਖਣੀ ਪਵੇ। ਸੋ ਇਸ ਕਰਕੇ ਮੈਂ ਬੜੀ ਇਹਦੇ ਨਾਲ ਤੁਹਾਨੂੰ ਇਹ ਗੱਲ ਕਹਿਣਾ ਵੀ ਅੱਜ ਤੋਂ ਹੀ ਤੁਸੀਂ ਦੁੱਧ ਦਾ ਜੇ ਸਹੀ ਰੇਟ ਚਾਹੁੰਦੇ ਹੋ ਤਾਂ ਦੁੱਧ ਦਾ ਡਾਇਰੈਕਟ ਮੰਡੀਕਰਨ ਬਾਰੇ ਛੋਟੀਆਂ ਜਿਹੜੀਆਂ ਪਲਾਂਘਾਂ ਨੇ ਉਹ ਪੱਟਣੀਆਂ ਸ਼ੁਰੂ ਕਰੋ। ਔਰ ਜਿਹੜੇ ਅਸੀਂ ਇਹਦੇ ਵਿੱਚ ਐਕਸਕਿਊਜ਼ ਜਾਂ ਬਹਾਨੇ ਲਾਉਣੇ ਹੈ ਉਹ ਸਾਨੂੰ ਛੱਡਣੇ ਪੈਣੇ ਹੈ। ਕਿਉਂਕਿ ਦੇਖੋ ਬਹੁਤੇ ਵਾਰੀ ਕੀ ਹੁੰਦਾ ਹੈ ਵੀ ਅਸੀਂ ਇਕੱਲੇ ਹੀ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ,
ਪਰ ਜਿਹੜਾ ਹੁਣ ਡੇਅਰੀ ਫਾਰਮਿੰਗ ਦਾ ਧੰਦਾ ਹੈ ਜਾਂ ਆਉਣ ਵਾਲਾ ਸਮਾਂ ਹੈ, ਇਹ 'ਚ ਸਾਨੂੰ ਟੀਮ ਵਰਕ ਦੀ ਜਾਂ ਰਲ ਮਿਲ ਕੇ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ। ਨਹੀਂ ਤਾਂ ਇਸ ਧੰਦੇ ਦੇ ਵਿੱਚ ਟਿਕੇ ਰਹਿਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਣਾ, ਕਿਉਂਕਿ ਤੁਸੀਂ ਦੇਖਿਆ ਵੀ ਜਿਹੜੇ ਛੋਟੇ ਪਸ਼ੂ ਪਾਲਕ ਨੇ ਉਹ ਬੜੀ ਤੇਜ਼ੀ ਨਾਲ ਇਸ ਧੰਦੇ 'ਚੋਂ ਬਾਹਰ ਹੋ ਰਹੇ ਹੈ। ਔਰ ਬਾਹਰ ਹੋਣ ਦਾ ਮੇਨ ਕਾਰਨ ਇਹੀ ਹੈ ਵੀ ਖਰਚਾ ਜ਼ਿਆਦਾ ਹੈ ਸਾਡਾ, ਔਰ ਜਿਹੜੀ ਸਾਡੀ ਆਮਦਨ ਹੈ ਉਹ ਘੱਟ ਹੈ। ਔਰ ਇਸ ਵੇਲੇ ਸਾਨੂੰ ਇਹ ਸਹੀ ਸਮਾਂ ਹੈ ਵੀ ਸਭ ਤੋਂ ਪਹਿਲਾਂ ਕੀ ਹੈ, ਅਸੀਂ ਵਧੀਆ ਕੁਆਲਿਟੀ ਦਾ ਦੁੱਧ ਪੈਦਾ ਕਰੀਏ। ਉਹਦੇ ਵਾਸਤੇ ਦੇਖੋ ਸ਼ੁਰੂਆਤ ਹੁੰਦੀ ਹੈ ਸਾਡਾ ਹਰਾ ਚਾਰਾ। ਹਰਾ ਚਾਰਾ ਸਾਡੇ ਕੋਲ ਵਧੀਆ ਕੁਆਲਿਟੀ ਦਾ ਹੋਵੇ। ਹਰੇ ਚਾਰੇ 'ਤੇ ਜਿੰਨਾ ਤੁਸੀਂ ਹੋ ਸਕਦਾ, ਹੁਣ ਜਿੰਨਾ ਵਧੀਆ ਹੋ ਸਕਦਾ ਵੀ ਹਰੇ ਚਾਰੇ 'ਤੇ ਤੁਸੀਂ ਜਿਹੜੀ ਹੈਗੀ ਜਿਹੜੇ ਨਦੀਨਨਾਸ਼ਕ ਨੇ ਜਾਂ ਹੋਰ ਇਨਸੈਕਟੀਸਾਈਡ ਪੈਸਟੀਸਾਈਡ ਨੇ ਜਾਂ ਕੈਮੀਕਲਜ਼ ਨੇ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੀਏ। ਦੂਜੇ ਨੰਬਰ 'ਤੇ ਜਿਹੜੀ ਤੂੜੀ ਹੈ, ਤੂੜੀ ਬਾਰੇ ਤੁਸੀਂ ਇਹ ਜਾਗਰੂਕ ਹੋ ਜਾਓ ਇਸ ਗੱਲ 'ਤੇ ਵੀ ਤੂੜੀ ਸਾਡੀ ਜੇ ਗਿੱਲੀ ਹੋਊਗੀ ਤਾਂ ਪਸ਼ੂਆਂ ਨੂੰ ਖਵਾਉਣ ਦੇ ਲਾਇਕ ਨਹੀਂ ਹੈਗੀ, ਭਾਵੇਂ ਉਹ 'ਚ ਉੱਲੀ ਦਿਖਦੀ ਹੈ ਜਾਂ ਨਹੀਂ ਦਿਖਦੀ ਹੈ। ਜਦੋਂ ਉੱਲੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਜਿਹੜਾ ਉਹਦੀ ਮਾਤਰਾ ਹੁੰਦੀ ਹੈ ਜਾਂ ਜਿਹੜਾ ਉਹਦਾ ਲੈਵਲ ਹੁੰਦਾ ਹੈ, ਜਿਹੜਾ ਖਤਰਨਾਕ ਲੈਵਲ ਹੈ, ਉਦੋਂ 10,000 ਗੁਣਾ ਜ਼ਿਆਦਾ ਹੋ ਜਾਂਦੀ ਹੈ। ਤੀਜੇ ਨੰਬਰ 'ਤੇ ਜਿਹੜੀ ਫੀਡ ਹੈ, ਸਰਕਾਰ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਫੀਡ ਬਾਰੇ ਕਾਨੂੰਨ ਬਣਾਤਾ, ਅਸੀਂ ਇਹਨੂੰ ਮੰਨੀਏ ਜਾਂ ਨਾ ਮੰਨੀਏ ਪਰ ਇਹ ਲਾਗੂ ਹੋ ਗਿਆ। ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਹੈਗੀਆਂ ਰਿਸਟ੍ਰਿਕਸ਼ਨਜ਼ ਜਿਹੜੀਆਂ ਹਦਾਇਤਾਂ ਹੈਗੀਆਂ ਫੀਡ ਫੈਕਟਰੀਆਂ ਵਾਸਤੇ ਬੜੀ ਤੇਜ਼ੀ ਨਾਲ ਲਾਗੂ ਹੋਣਗੀਆਂ। ਜਿਵੇਂ ਤੁਸੀਂ ਦੇਖਿਆ ਵੀ ਪਿੱਛੇ ਜੇ ਪੋਲੂਸ਼ਨ ਕੰਟਰੋਲ ਬੋਰਡ ਨੇ ਵੀ ਆਪਣਾ ਜਿਹੜਾ ਸੀਗਾ ਬੜਾ ਸਕੰਜਾ ਕੱਸਿਆ ਹਰ ਚੀਜ਼ 'ਤੇ। ਆਉਣ ਵਾਲੇ ਸਮੇਂ 'ਚ ਇਹ ਨਿਯਮ ਸਾਡੇ ਡੇਅਰੀ ਫਾਰਮਾਂ 'ਤੇ ਵੀ ਲਾਗੂ ਹੋਣਗੇ, FSSAI ਦੇ ਅਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਵੀ। ਸੋ ਜਿਵੇਂ ਅਸੀਂ ਹੁੰਦਾ ਵੀ ਬਹੁਤ ਸਾਰੇ ਜਗ੍ਹਾ 'ਤੇ ਅਸੀਂ ਸਰਿੰਜਾਂ ਸੂਈਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਸਹੀ ਤਰੀਕੇ ਨਾਲ ਨਹੀਂ ਡਿਸਪੋਜ਼ਲ ਕਰਦੇ, ਉਹ ਵੀ ਸਾਡਾ ਆਉਣ ਵਾਲੇ ਸਮੇਂ 'ਚ ਵੱਡਾ ਮਸਲਾ ਬਣ ਜਾਣਾ ਹੈਗਾ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਵਾਸਤੇ ਕਰਨੀਆਂ ਚਾਹੀਦੀਆਂ ਨੇ ਔਰ ਕਰਨੀਆਂ ਸਾਨੂੰ ਪੈਣਗੀਆਂ। ਸੋ ਇਹਦੇ ਬਾਰੇ ਕੋਈ ਹੋਰ ਗੱਲਬਾਤ ਹੋਵੇ ਤੁਸੀਂ ਮੈਥੋਂ ਪੁੱਛ ਸਕਦੇ ਹੋ। ਇੱਕ ਜਿਹੜਾ ਪਿਛਲੇ ਵਾਰੀ ਆਪਾਂ ਵਿਸ਼ਾ ਸ਼ੁਰੂ ਕੀਤਾ ਸੀਗਾ, ਥੋੜ੍ਹੀ ਜਿਹੀ ਗੱਲ ਕੀਤੀ ਸੀ ਪਰਾਲੀ ਬਾਰੇ। ਪਰਾਲੀ ਬਾਰੇ ਦੇਖੋ ਬਹੁਤ ਸਾਰੇ ਵੀਰਾਂ ਨੇ ਬਹੁਤ ਮੈਨੂੰ ਇਹਦੇ ਬਾਰੇ ਪੁੱਛਿਆ ਹੈਗਾ। ਪਰਾਲੀ ਬਾਰੇ ਇਸ ਵਾਰ ਵਿਗਿਆਨਕ ਪਸ਼ੂ ਪਾਲਣ ਦੇ ਵਿੱਚ ਯੂਨੀਵਰਸਿਟੀ ਤੋਂ ਬਹੁਤ ਹੀ ਵਧੀਆ ਇੱਕ ਆਰਟੀਕਲ ਵੀ ਛਪਿਆ, ਜੇ ਤੁਸੀਂ ਟਾਈਮ ਲੱਗੇ ਤਾਂ ਇਹ ਪੜ੍ਹਿਓ। ਦੇਖੋ ਪਰਾਲੀ ਬਾਰੇ ਮੈਂ ਬੜਾ ਸਪਸ਼ਟ ਪਿਛਲੇ ਵਾਰੀ ਇਹ ਕੀਤਾ ਸੀਗਾ ਵੀ ਪਰਾਲੀ ਦੀ ਪੈਦਾਵਾਰ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਔਰ ਇਸ ਵੇਲੇ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈਗੀ ਪਰਾਲੀ ਸਾੜੀ ਵੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਨਾਲੋਂ ਕਮੀ ਆਈ ਹੈ, ਪਰ ਹਾਲੇ ਵੀ ਤੁਸੀਂ ਜਾ ਕੇ ਦੇਖੋਗੇ ਪਿੰਡਾਂ ਦੇ ਵਿੱਚ ਤਾਂ ਧੂੰਆਂ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਸੜਕਾਂ 'ਤੇ ਸ਼ਾਮ ਨੂੰ ਜਿਹੜੀ ਹੈਗੀ ਗੱਡੀ ਚਲਾਉਣੀ ਬੜੀ ਔਖੀ ਹੁੰਦੀ ਹੈ। ਦੇਖੋ ਪਰਾਲੀ ਦੇ ਵਿੱਚ ਇਹ ਹੈ ਵੀ ਜਿਵੇਂ ਲਗਭਗ ਅਸੀਂ ਦੇਖਿਆ ਵੀ 5.5% ਜਿਹੜਾ ਹੁੰਦਾ ਹੈ ਲਿਗਨਿਨ ਹੁੰਦਾ ਹੈ, ਔਰ ਲਿਗਨਿਨ ਜਿਹੜਾ ਹੁੰਦਾ ਹੈ ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਪਰਾਲੀ ਦੇ ਵਿੱਚ। ਔਰ ਇਹਦੇ ਨਾਲ ਹੀ ਜਿਹੜੀ ਹੈਗੀ ਪਰਾਲੀ ਦੇ ਵਿੱਚ ਜਿਹੜਾ ਹੈਗਾ 15% ਦੇ ਕਰੀਬ ਜਿਹੜਾ ਸੈਂਡ ਸਿਲਿਕਾ ਜਾਂ ਰੇਤਾ ਹੁੰਦਾ ਹੈਗਾ। ਔਰ ਪਰਾਲੀ ਨੂੰ ਸਹੀ ਤਰੀਕੇ ਨਾਲ ਸਾਂਭਣਾ ਅਤੇ ਸੰਭਾਲਣਾ ਜ਼ਰੂਰੀ ਹੈ। ਦੇਖੋ ਗੱਲ ਜਿਹੜੀ ਮੈਂ ਅੱਜ ਕਰਨੀ ਹੈ ਮੇਨ ਇਹੀ ਹੈ ਵੀ ਪਿਛਲੇ ਵਾਰੀ ਆਪਾਂ ਗੱਲ ਕੀਤੀ ਸੀ ਵੀ ਪਰਾਲੀ ਦੀਆਂ ਜਿਹੜੀਆਂ ਗੋਲੀਆਂ ਬਣਾਈਆਂ ਜਾ ਸਕਦੀਆਂ। ਦੇਖੋ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਹੋਰ ਚੰਗੀ ਤਰ੍ਹਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀਆਂ ਗੋਲੀਆਂ ਬਣਦੀਆਂ ਇਹਦੇ ਵਿੱਚ 80 ਤੋਂ 85% ਤੱਕ ਪਰਾਲੀ ਹੁੰਦੀ ਹੈਗੀ। ਔਰ ਜਿਹੜੀਆਂ ਇਹ ਗੋਲੀਆਂ ਨੇ ਛੋਟੇ ਪਸ਼ੂ ਪਾਲਕਾਂ ਵਾਸਤੇ ਕੁਛ ਹੱਦ ਤੱਕ ਲਾਹੇਵੰਦ ਹੋ ਸਕਦੀਆਂ। ਦੂਜੇ ਨੰਬਰ 'ਤੇ ਆਪਾਂ ਇਹ ਵੀ ਗੱਲ ਕੀਤੀ ਸੀ ਵੀ ਜਿਵੇਂ ਸਾਡੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈ ਜਾਂ ਸਾਡੇ ਬਹੁਤ ਸਾਰੇ ਮਾਹਰ ਨੇ ਪਰਾਲੀ ਨੂੰ ਤੂੜੀ ਵਾਂਗ ਜਿਹੜੀ ਹੈਗੀ ਯੂਰੀਏ ਨਾਲ ਸੋਧਣ ਦੀ ਉਹ ਗੱਲ ਕਰਦੇ ਹੈ। ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ 4% ਯੂਰੀਆ ਮਤਲਬ ਕਿ 400 ਕਿਲੋ ਯੂਰੀਆ 200 ਲੀਟਰ ਪਾਣੀ 'ਚ ਪਾ ਕੇ ਜਿਹੜੀ ਹੈਗੀ 1 ਕੁਇੰਟਲ ਪਰਾਲੀ 'ਤੇ ਜਿਹੜਾ ਹੁੰਦਾ ਹੈ ਉਹ ਸਪਰੇਅ ਕੀਤਾ ਜਾਂਦਾ ਵੀ ਤਕਰੀਬਨ 4% ਯੂਰੀਆ ਹੁੰਦਾ। 9 ਦਿਨ ਵਾਸਤੇ ਉਹਨੂੰ ਰੱਖਿਆ ਜਾਂਦਾ ਔਰ ਇਹ ਜਿਹੜਾ ਹੁੰਦਾ ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਯੂਰੀਏਜ ਐਂਜ਼ਾਈਮ ਹੁੰਦਾ ਉਹ ਜਿਹੜੇ ਇਹਦੇ ਬੌਂਡ ਤੋੜ ਦਿੰਦਾ ਔਰ ਇਹਦੇ ਨਾਲ ਇਹਦੀ ਜਿਹੜੀ ਪ੍ਰੋਟੀਨ ਹੈ ਉਹ 2-2.5-3% ਤੋਂ 5-6% ਤੱਕ ਜਿਹੜੀ ਹੋ ਜਾਂਦੀ ਹੈ। ਪਰ ਇਹ ਗੱਲ ਸਮਝਣ ਦੀ ਲੋੜ ਹੈ ਵੀ ਪਿੱਛੇ ਜੇ ਮੇਰੀ ਕਈ ਮਾਹਰਾਂ ਨਾਲ ਗੱਲ ਹੋਈ, ਹਾਲਾਂਕਿ ਇਹ ਬੜੇ ਸਾਲਾਂ ਤੋਂ ਪੰਜਾਬ ਦੇ ਵਿੱਚ ਚੱਲ ਰਹੇ ਹੈ, ਪਰ ਦੂਜੇ ਪਾਸੇ ਦੇਖੋ ਕੀ ਹੈ ਸਿਰਫ 2% ਪਸ਼ੂ ਪਾਲਕ ਹੀ ਹੈ ਸਾਡੇ ਟੋਟਲ ਜਿਹੜੇ
ਬੜੀ ਮੁਸ਼ਕਿਲ ਨਾਲ 2% ਪਸ਼ੂ ਪਾਲਕ ਨੇ ਜਿਹੜੇ ਪਰਾਲੀ ਜਾਂ ਤੂੜੀ ਨੂੰ ਯੂਰੀਏ ਨਾਲ ਸੋਧ ਰਹੇ ਹੈ। ਔਰ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਚੀਜ਼ ਹੈ ਇਹ ਸਾਡੇ ਚੰਗੇ ਪਸ਼ੂਆਂ ਵਾਸਤੇ ਨਹੀਂ ਹੈਗੀ। ਛੋਟੇ ਪਸ਼ੂ ਪਾਲਕ ਜਿਹੜੇ ਹੈਗੇ ਦੇਖੋ ਉਹਨਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਘਟ ਰਹੀ ਹੈ, ਪਰ ਇਹਦੇ ਵਿੱਚ ਚੰਗੀ ਚੀਜ਼ ਕੀ ਹੈ ਵੀ ਜਿਹੜੀਆਂ ਬਾਹਰਲੀਆਂ ਸਟੇਟਾਂ ਹੈਗੀਆਂ ਜਿਵੇਂ ਖਾਸ ਕਰਕੇ ਮਹਾਰਾਸ਼ਟਰ, ਯੂਪੀ, ਰਾਜਸਥਾਨ ਜਾਂ ਬਿਹਾਰ, ਉੱਥੇ ਜਿੱਥੇ ਹਰੇ ਚਾਰੇ ਦੀ ਉਪਲਬਧਤਾ ਜਾਂ ਸੁੱਕੇ ਚਾਰੇ ਦੀ ਉਪਲਬਧਤਾ ਬਹੁਤ ਘੱਟ ਹੈ। ਜਿਵੇਂ ਪੰਜਾਬ ਦੇ ਵਿੱਚ ਭਾਵੇਂ ਹਰੇ ਚਾਰੇ ਦੀ ਉਪਲਬਧਤਾ ਬਾਕੀ ਸਟੇਟਾਂ ਨਾਲੋਂ ਸਾਰਿਆਂ ਨਾਲੋਂ ਜ਼ਿਆਦਾ ਹੈ, ਪਰ ਹਲੇ ਵੀ ਅਸੀਂ ਜਿਹੜੀ ਰਿਕੁਆਇਰਮੈਂਟ ਪਸ਼ੂ ਦੀ ਜ਼ਰੂਰਤ ਹੈ ਉਹਦੇ ਮੁਤਾਬਕ ਬਹੁਤ ਪਿੱਛੇ ਹੈ। ਔਰ ਜਿਹੜੀ ਸੁੱਕੇ ਚਾਰੇ ਦੀ ਉਪਲਬਧਤਾ ਹੈ ਉਹ 9 ਤੋਂ 10 ਕਿਲੋ ਪ੍ਰਤੀ ਪਸ਼ੂ ਬਣਦੀ ਹੈ, ਜਿਹੜੀ ਕਿ ਬਹੁਤ ਜ਼ਿਆਦਾ ਹੈ। ਆਮ ਤੌਰ 'ਤੇ ਇਹ 2 ਤੋਂ 2.5 ਕਿਲੋ ਚਾਹੀਦੀ ਹੁੰਦੀ ਹੈ। ਸੋ ਗੱਲ ਕੀ ਹੈ, ਮਤਲਬ ਇਹ ਹੈ ਵੀ ਜਿਹੜਾ ਕ੍ਰਾਸ ਬਰੀਡਿੰਗ ਪ੍ਰੋਗਰਾਮ ਹੈ ਉਹਦੇ ਵਿੱਚ ਇਹ ਚੀਜ਼ਾਂ ਕਿਸੇ ਹੱਦ ਤੱਕ ਫਿੱਟ ਨਹੀਂ ਬੈਠਦੀਆਂ। ਸੋ ਇਹਦੇ ਵਿੱਚ ਦੇਖੋ ਕੀ ਹੋਣਾ ਚਾਹੀਦਾ ਹੈ, ਹੋਣਾ ਇਹ ਚਾਹੀਦਾ ਹੈ ਵੀ ਪਸ਼ੂ ਪਾਲਕਾਂ, ਛੋਟੇ ਪਸ਼ੂ ਪਾਲਕਾਂ ਵਾਸਤੇ ਇਹ ਚੀਜ਼ ਲਾਹੇਵੰਦ ਹੈ। ਛੋਟੇ ਜਿਹੜੇ ਗਰੀਬ ਪਸ਼ੂ ਪਾਲਕ ਨੇ, ਖਾਸ ਕਰਕੇ ਬਹੁਤ ਜਿਹੜੇ ਗਰੀਬ ਪਸ਼ੂ ਪਾਲਕ ਨੇ, ਪਰ ਵਧੀਆ ਚੀਜ਼ ਇਹਦੇ ਵਿੱਚ ਇਹ ਹੈ ਵੀ ਸਾਨੂੰ ਹੁਣ ਦੇਖੋ ਮਾਹਰਾਂ ਦੇ ਤੌਰ 'ਤੇ ਵੀ ਇਹ ਚੀਜ਼ਾਂ 'ਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਵੀ ਜਿਹੜੀ ਹੈਗੀ ਪਰਾਲੀ ਦੀ ਵਰਤੋਂ ਅਸੀਂ ਯਕੀਨੀ ਬਣਾਈਏ। ਪਰ ਗੋਲਡਨ ਚੀਜ਼ ਇਹਦੇ 'ਚ ਇਹ ਹੈ ਵੀ ਜਿਹੜੀ ਸਾਡਾ ਪੰਜਾਬ ਹੈ ਉਹ ਬਾਹਰਲੇ ਸੂਬਿਆਂ ਵਾਸਤੇ, ਜਿਵੇਂ ਮੈਂ ਗੱਲ ਕੀਤੀ ਹੈ ਵੀ ਜਿਵੇਂ ਮਹਾਰਾਸ਼ਟਰ ਜਿੱਥੇ ਸੋਕਾ ਪੈਂਦਾ ਬਹੁਤ ਜ਼ਿਆਦਾ, ਜਾਂ ਰਾਜਸਥਾਨ ਹੈ ਜਾਂ ਯੂਪੀ ਹੈ ਜਾਂ ਬਿਹਾਰ ਹੈ, ਉਹਦੇ ਵਾਸਤੇ ਪਰਾਲੀ ਦੇ ਪ੍ਰੋਡਕਟਾਂ ਦਾ ਬਹੁਤ ਵਧੀਆ ਐਕਸਪੋਰਟਰ ਹੋ ਸਕਦਾ। ਕਿਉਂਕਿ ਦੇਖੋ ਜੇ ਥੋੜ੍ਹੇ ਜਿਹੇ ਪਸ਼ੂ ਪਾਲਕਾਂ ਨੂੰ ਛੱਡ ਦਈਏ ਅਸੀਂ ਤਾਂ ਦੂਜੇ ਪਸ਼ੂ ਪਾਲਕਾਂ ਵਾਸਤੇ ਜਿਹੜੀ ਯੂਰੀਏ ਨਾਲ ਸੋਧੀ ਹੋਈ ਤੂੜੀ ਜਾਂ ਪਰਾਲੀ ਬਹੁਤ ਜ਼ਿਆਦਾ ਲਾਹੇਵੰਦ ਨਹੀਂ ਹੈਗੀ। ਕਿਉਂਕਿ ਪਹਿਲੀ ਗੱਲ ਤਾਂ ਜੇ ਮੈਂ ਗੱਲ ਕੀਤੀ ਵੀ 2% ਪਸ਼ੂ ਪਾਲਕ ਹੀ ਇਹਨੂੰ ਵਰਤਦੇ ਹੈ। ਸੋ ਇਸ ਕਰਕੇ ਐਜ਼ ਏ ਪ੍ਰੋਜੈਕਟ ਤੁਸੀਂ ਇਹਨੂੰ ਲਗਾ ਕੇ ਬਾਕੀ ਸੂਬਿਆਂ ਨੂੰ ਇਹ ਚੀਜ਼ਾਂ ਐਕਸਪੋਰਟ ਕਰ ਸਕਦੇ ਹੋ ਅਤੇ ਉਹਨਾਂ ਵਾਸਤੇ ਇਹਨਾਂ ਦੀ ਜਿਹੜੀ ਹੈਗੀ ਲਾਹੇਵੰਦ ਬਹੁਤ ਜ਼ਿਆਦਾ ਹੋਣਗੀਆਂ। ਦੂਜੇ ਨੰਬਰ 'ਤੇ ਜਿਹੜਾ ਹੈਗਾ ਸਾਡਾ ਪਰਾਲੀ ਵਾਲਾ ਮਸਲਾ ਵੀ ਕਾਫੀ ਹੱਦ ਤੱਕ ਇਹਦੇ ਨਾਲ ਹੱਲ ਹੋ ਜਾਊਗਾ। ਸੋ ਬਾਕੀ ਅਖੀਰ 'ਤੇ ਮੈਂ ਇਹੀ ਕਹੂੰਗਾ ਜੀ, ਮੂੰਹ ਖੁਰ ਦੀ ਵੈਕਸੀਨ ਚੱਲ ਰਹੀ ਹੈ ਬੜੀ ਜ਼ੋਰਾਂ ਸ਼ੋਰਾਂ 'ਤੇ। ਸਟਾਫ ਦੀ ਕਮੀ ਦੇ ਬਾਵਜੂਦ ਵੀ ਅਸੀਂ ਇਹ ਲਗਾ ਰਹੇ ਹਾਂ। ਟੈਗ ਦੇ ਨਾਲ ਜਿਹੜੀ ਹੈਗੀ ਵੈਕਸੀਨ ਲੱਗ ਰਹੀ ਹੈ ਇਸ ਵਾਰ। ਔਰ ਅਖੀਰ 'ਤੇ ਮੈਂ ਇਹੀ ਕਹੂੰਗਾ ਵੀ ਤੁਸੀਂ ਆਪਣਾ ਜਿਹੜਾ ਨੇੜੇ ਦਾ ਪਸ਼ੂ ਪਾਲਕ ਹੈ ਜਾਂ ਪਸ਼ੂ ਹਸਪਤਾਲ ਹੈ, ਪਸ਼ੂ ਪਾਲਣ ਵਿਭਾਗ ਦਾ ਜਾਂ ਡਿਸਪੈਂਸਰੀ ਹੈ, ਉਹਦੇ ਨਾਲ ਜੁੜੇ ਰਹੋ। ਕੋਈ ਸਵਾਲ ਹੋਵੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਫੋਨ ਸਾਰਿਆਂ ਦੇ ਸੁਣਨੇ ਸੰਭਵ ਨਹੀਂ ਹੈਗੇ ਜੀ, ਬਹੁਤ ਜ਼ਿਆਦਾ ਸਮਾਂ ਲੱਗਦਾ ਇਹ ਚੀਜ਼ਾਂ 'ਤੇ, ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ। ਸੋ ਅਖੀਰ 'ਤੇ ਕੋਈ ਗੱਲ ਹੋਵੇ ਜੀ ਮੈਨੂੰ ਤੁਸੀਂ ਵਟਸਐਪ ਕਰ ਸਕਦੇ ਹੋ। ਸੋ ਆਪਣਾ ਇਹ ਵਿਸ਼ਾ ਚੱਲਦਾ ਰਹੂਗਾ ਮਾਰਕੀਟਿੰਗ ਵਾਲਾ, ਮੰਡੀਕਰਨ ਵਾਲਾ। ਮੈਂ ਤੁਹਾਨੂੰ ਇਹੀ ਕਹੂੰਗਾ ਵੀ ਹੁਣ ਤੱਕ ਅਸੀਂ ਵਧੀਆ ਖੁਰਾਕ, ਵਧੀਆ ਪ੍ਰਬੰਧ ਅਤੇ ਵਧੀਆ ਪ੍ਰਜਨਨ 'ਤੇ ਫਸੇ ਰਹੇ ਹਾਂ। ਹੁਣ ਵਧੀਆ ਮੰਡੀਕਰਨ ਵੱਲ ਵੀ ਆਈਏ। ਇਹਦੇ ਬਾਰੇ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਭੇਜ ਸਕਦੇ ਹੋ ਜੀ। ਠੀਕ ਹੈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਧੰਨਵਾਦ ਜੀ।